ਉਹ ਮਨੋਵਿਗਿਆਨੀ ਕਹਿਣ ਲੱਗਾ 1 ਸਾਲ ਇਸ ਕਰਕੇ ਪਹਿਲਾਂ ਜਿੱਦਾਂ ਦਾ ਬੱਚਾ ਤੁਸੀਂ ਚਾਹੁੰਦੇ ਹੋ 1 ਸਾਲ ਤੁਸੀਂ ਪਹਿਲਾਂ ਪ੍ਰੈਕਟਿਸ ਕਰੋ। ਆਪ ਤੁਸੀਂ ਚਾਹੁੰਦੇ ਹੋ ਸਾਡਾ ਬੱਚਾ ਮਿੱਠਾ ਬੋਲੇ, ਤੁਸੀਂ 1 ਸਾਲ ਪ੍ਰੈਕਟਿਸ ਕਰੋ ਮਿੱਠਾ ਬੋਲਣ ਦੀ। ਹਰ ਇੱਕ ਨਾਲ ਮਿੱਠਾ ਬੋਲੋ। ਤੁਸੀਂ ਮਿੱਠਾ ਬੋਲੋਗੇ ਤੁਹਾਡਾ ਬੱਚਾ ਤੁਹਾਡੇ ਵੱਲ ਦੇਖ ਕੇ ਮਿੱਠਾ ਬੋਲਣਾ ਸ਼ੁਰੂ ਕਰ ਦੇਗਾ, ਸਿੱਖ ਲਏਗਾ ਤੁਹਾਡੇ ਤੋਂ। ਤੁਸੀਂ ਚਾਹੁੰਦੇ ਹੋ ਸਾਡਾ ਬੱਚਾ ਆਗਿਆਕਾਰੀ ਹੋਵੇ, ਤੁਸੀਂ ਆਪਣੇ ਮਾਪੇ ਦੀ ਆਗਿਆਕਾਰੀ ਬਣਨਾ ਸ਼ੁਰੂ ਹੋ ਜਾਓ। 1 ਸਾਲ ਪ੍ਰੈਕਟਿਸ ਕਰੋ, ਤੁਸੀਂ ਆਗਿਆਕਾਰੀ ਹੋਵੋਗੇ ਤੁਹਾਡਾ ਬੱਚਾ ਆਗਿਆਕਾਰੀ ਹੋਏਗਾ। ਤੁਸੀਂ ਚਾਹੁੰਦੇ ਹੋ ਸਾਡਾ ਬੱਚਾ ਇਮਾਨਦਾਰ ਹੋਵੇ, ਤੁਸੀਂ ਬੇਈਮਾਨੀ ਛੱਡ ਦਿਓ, ਇਮਾਨਦਾਰੀ ਸ਼ੁਰੂ ਕਰ ਦਿਓ। 1 ਸਾਲ ਪ੍ਰੈਕਟਿਸ ਕਰੋ ਇਮਾਨਦਾਰ ਹੋਣ ਦੀ, ਤੁਹਾਡੀ ਇਮਾਨਦਾਰੀ ਵੱਲ ਦੇਖ ਕੇ ਤੁਹਾਡਾ ਬੱਚਾ ਇਮਾਨਦਾਰ ਹੋਏਗਾ। ਤੁਸੀਂ ਚਾਹੁੰਦੇ ਹੋ ਸਾਡਾ ਬੱਚਾ ਸੱਚ ਬੋਲੇ, ਪਰ ਤੁਹਾਡਾ ਬੱਚਾ ਤਾਂ ਸੱਚ ਬੋਲੇਗਾ ਜੇ ਤੁਸੀਂ ਸੱਚ ਬੋਲੋਗੇ। ਪ੍ਰੈਕਟਿਸ ਕਰੋ ਸੱਚ ਬੋਲਣ ਦੀ, ਝੂਠ ਬੋਲਣਾ ਬੰਦ ਕਰ ਦਿਓ। 1 ਸਾਲ ਪ੍ਰੈਕਟਿਸ ਕਰੋ, ਸੱਚ ਬੋਲਣਾ ਸ਼ੁਰੂ ਕਰ ਦਿਓ। ਨਤੀਜਾ ਇਹ ਨਿਕਲੇਗਾ ਜਦੋਂ ਤੁਹਾਡਾ ਬੱਚਾ ਪੈਦਾ ਹੋਏਗਾ ਤੁਹਾਨੂੰ ਸੱਚ ਬੋਲਦਿਆਂ ਦੇਖ ਕੇ ਉਹ ਵੀ ਸੱਚ ਹੀ ਬੋਲੇਗਾ, ਝੂਠ ਬੋਲਣਾ ਨਹੀਂ ਸਿੱਖੇਗਾ। ਮਾਤਾ ਪਿਤਾ ਤੇ ਬਹੁਤ ਨਿਰਭਰ ਹੈ। ਕਈ ਵਾਰੀ ਕੀ ਹੁੰਦਾ ਹੈ, ਬੱਚਿਆਂ ਨੂੰ ਅਸੀਂ ਪੈਦਾ ਕਰ ਲੈਂਦੇ ਆ, ਬੱਚੇ ਵੱਡੇ ਹੋ ਜਾਂਦੇ ਨੇ, ਜਦੋਂ 16 ਸਾਲ 18 ਸਾਲ ਤੋਂ ਟੱਪ ਜਾਂਦੇ ਨੇ, ਕਿਸੇ ਦੇ ਕਹਿਣਾ ਮੰਨਣ ਨੂੰ ਤਿਆਰ ਨਹੀਂ ਹੁੰਦੇ, ਉਦੋਂ ਫਿਰ ਲੋਕ ਆ ਜਾਂਦੇ ਨੇ ਭਾਈ ਜੀ ਕੋਲ, ਗ੍ਰੰਥੀ ਕੋਲ, ਪ੍ਰਚਾਰਕ ਕੋਲ, ਬਾਬਾ ਜੀ ਕਿਰਪਾ ਕਰੋ ਇਹਨਾਂ ਨੂੰ ਸਮਤ ਦਿਓ, ਆਗਿਆ ਚ ਨਹੀਂ ਸਾਡੇ ਕਹਿਣੇ ਚਾਹੀਏ ਵੀ ਪਹਿਲੇ 16 ਸਾਲ ਤੁਸੀਂ ਉਹਨਾਂ ਨੂੰ ਕੁਝ ਦੇਣਾ ਸੀ, ਉਹ ਦਿੱਤਾ ਨਹੀਂ, ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਨਹੀਂ, ਆਪਣੇ ਫਰਜ਼ ਪੂਰੇ ਕੀਤੇ ਨਹੀਂ, ਤੇ ਹੁਣ ਅਸੀਂ ਕਹਿੰਦੇ ਆ ਵੀ ਭਾਈ ਉਹਨੂੰ ਸਿੱਧਾ ਕਰ ਦੇਵੇ। ਜਨਮ ਤੁਸੀਂ ਦਿੱਤਾ ਬੱਚਿਆਂ ਨੂੰ, ਸਿੱਧਾ ਭਾਈ ਕਰੇ, ਇਹ ਕਿਵੇਂ ਹੋ ਸਕਦਾ? ਇਸ ਕਰਕੇ ਮਾਤਾ ਮਤ ਪਿਤਾ ਸੰਤੋਖ, ਮਤ ਤੇ ਮਾਪਿਓ ਤੋਂ ਕਰਾਉਣੀ ਉਹਨੂੰ ਮਿਲਣੀ ਹੈ। ਦੇਖੋ ਕਿਸੇ ਵਿਗਿਆਨੀ ਦਾ ਕਹਿਣਾ ਹੈ, ਮਨੋਵਿਗਿਆਨੀ ਦਾ, ਕਿ ਬੱਚਾ ਜ਼ਿੰਦਗੀ ਦੇ ਪਹਿਲੇ 7 ਸਾਲਾਂ ਵਿੱਚ 80% ਸਿੱਖ ਜਾਂਦਾ ਹੈ, ਪਹਿਲੇ 7 ਸਾਲ ਦੇ ਵਿੱਚ। ਉਸ ਮਨੋਵਿਗਿਆਨੀ ਦਾ ਇਹ ਕਹਿਣਾ ਹੈ ਕਿ ਤੁਸੀਂ 7 ਸਾਲ ਲਈ ਬੱਚਾ ਮੈਨੂੰ ਦੇ ਦਿਓ, ਮੈਂ ਉਹਦੀ ਜ਼ਿੰਦਗੀ ਦਾ ਬੇਸ ਇਹੋ ਜਿਹਾ ਬਣਾ ਦਿਆਂਗਾ, ਉਸ ਤੋਂ ਬਾਅਦ ਆਪਣੇ ਬੱਚੇ ਨੂੰ ਜਿੱਥੇ ਮਰਜ਼ੀ ਛੱਡ ਦਿਓ, ਉਹਦਾ ਬੇਸ ਨਹੀਂ ਡੋਲੇਗਾ, ਖਤਮ ਨਹੀਂ ਹੋਏਗਾ। ਜਿੱਦਾਂ ਦਾ ਮੈਂ ਬਣਾਵਾਂਗਾ ਸਾਰੀ ਜ਼ਿੰਦਗੀ ਉਦਾਂ ਹੀ ਰਹੇਗਾ। ਉਸ ਵਿਗਿਆਨੀ ਦਾ ਇਹ ਕਹਿਣਾ ਹੈ। ਪਹਿਲੇ 7 ਸਾਲਾਂ ਵਿੱਚ ਬੱਚਾ 80% ਸਿੱਖ ਜਾਂਦਾ ਹੈ। ਤੁਸੀਂ ਕਦੀ ਸਪੌਂਜ ਦੇਖਿਆ? ਸਪੌਂਜ ਜਿਹੜਾ ਪਾਣੀ ਨੂੰ ਸੋਖ ਲੈਂਦਾ ਹੈ, ਸਪੰਜ, ਜਿਹੜਾ ਸਪੰਜ ਹੈ ਨਾ, ਇਹ ਪਾਣੀ ਨੂੰ ਇੱਕ ਖੇਮ ਵਿੱਚ ਸੋਖ ਲੈਂਦਾ ਹੈ। ਬੱਚਾ ਸਪੰਜ ਹੈ, ਉਹ ਸਪੰਜ ਹੈ, ਉਹ ਸਪੰਜ ਹੈ ਜਿਹੜਾ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਇੱਕ ਖੇਮ ਦੇ ਵਿੱਚ ਸੋਖ ਲੈਂਦਾ ਹੈ। ਉਹਦੇ ਆਲੇ ਦੁਆਲੇ ਕੀ ਹੋ ਰਿਹਾ ਹੈ, ਉਹਨੇ ਸੋਖ ਲੈਣਾ ਆਪਣੇ ਚ। ਬੱਚਾ ਸਪੰਜ ਦੀ ਤਰ੍ਹਾਂ ਹੈ ਜਿਹੜਾ ਹਰ ਗੱਲ ਨੂੰ ਸੋਖ ਲੈਂਦਾ ਹੈ। ਟਾਹਣੀ ਹਰੀ ਹੋਏਗੀ, ਜਿੱਧਰ ਨੂੰ ਮਰਜ਼ੀ ਮੋੜ ਲਓ, ਮੁੜ ਜਾਏਗੀ। ਪਰ ਜਦੋਂ ਟਾਹਣੀ ਸੁੱਕ ਜਾਂਦੀ ਹੈ ਨਾ, ਸੁੱਕੀ ਟਾਹਣੀ ਨੂੰ ਚੀਰ ਕੇ ਉਹਦੇ ਫੱਟੇ ਹੀ ਬਣਾਏ ਜਾਂਦੇ ਨੇ, ਫਿਰ ਉਹ ਮੁੜਦੀ ਨਹੀਂ ਹੈ। ਜਾਂ ਕਹਿ ਲਓ ਵੀ ਬੱਚਾ ਗਿੱਲੀ ਮਿੱਟੀ ਦੀ ਤਰ੍ਹਾਂ ਹੁੰਦਾ ਵੈ। ਗਿੱਲੀ ਮਿੱਟੀ ਨੂੰ ਜਿਹੋ ਜਿਹਾ ਮਰਜ਼ੀ ਆਕਾਰ ਦੇ ਦਿਓ, ਸ਼ੇਪ ਦੇ ਦਿਓ, ਉਦਾਂ ਦੀ ਬਣ ਜਾਏਗਾ। ਪਰ ਜਦੋਂ ਸੁੱਕ ਜਾਂਦੀ ਨਾ ਚੀਜ਼ ਮਿੱਟੀ ਦੀ, ਫਿਰ ਉਹਦੇ ਟੁਕੜੇ ਹੀ ਹੁੰਦੇ ਨੇ, ਠੀਕਰੀਆਂ ਹੁੰਦੀਆਂ ਨੇ, ਫਿਰ ਮੁੜਦੀ ਨਹੀਂ ਹੈ। ਬੱਚਾ ਜਿਹੜਾ ਹੈ ਉਹ ਗਿੱਲੀ ਮਿੱਟੀ ਦੀ ਤਰ੍ਹਾਂ ਹੈ, ਉਹਨੂੰ ਜਿਹੋ ਜਿਹਾ ਮਰਜ਼ੀ ਤੁਸੀਂ ਆਕਾਰ ਦੇ ਦਿਓ, ਇਹ ਤੁਹਾਡੇ ਆਪਣੇ ਹੱਥ ਦੇ ਵਿੱਚ ਹੈ। ਫਿਰ ਇੱਕ ਗੱਲ ਹੋਰ, ਬੱਚਾ ਬਹੁਤ ਛੋਟਾ ਹੁੰਦਾ ਹੈ ਪਰ ਉਹਦੇ ਕੰਨ ਬੜੇ ਵੱਡੇ ਹੁੰਦੇ ਨੇ। ਕੰਨ ਵੱਡੇ ਹੋਣ ਦਾ ਮਤਲਬ ਕੀ ਹੈ? ਫਿਜ਼ੀਕਲੀ ਕੰਨ ਵੱਡੇ ਨਹੀਂ ਹੁੰਦੇ ਵੀ ਬਾਹਰੋਂ ਵੱਡੇ ਹੁੰਦੇ ਨੇ। ਕੰਨ ਵੱਡੇ ਹੋਣ ਦਾ ਮਤਲਬ ਉਹ ਤੁਹਾਡੀ ਹਰ ਗੱਲ ਸੁਣ ਰਿਹਾ ਹੈ, ਇਕੱਠਾ ਕਰ ਰਿਹਾ ਹੈ। ਕਿਉਂ? ਕਿਉਂਕਿ ਕੱਲ ਨੂੰ ਬੋਲਣਾ ਉਹਨੇ। ਤੁਸੀਂ ਪੰਜਾਬੀ ਬੋਲ ਰਹੇ ਹੋ, ਪੰਜਾਬੀ ਇਕੱਠੀ ਕਰ ਰਿਹਾ ਹੈ, ਜਦੋਂ ਬੋਲਣਾ ਸ਼ੁਰੂ ਕਰੇਗਾ ਪੰਜਾਬੀ ਬੋਲੇਗਾ। ਤੁਸੀਂ ਇੰਗਲਿਸ਼ ਬੋਲ ਰਹੇ ਹੋ, ਇੰਗਲਿਸ਼ ਇਕੱਠੀ ਕਰ ਰਿਹਾ ਹੈ, ਜਦੋਂ ਬੋਲੇਗਾ ਇੰਗਲਿਸ਼ ਬੋਲੇਗਾ। ਉਹਦੇ ਕੰਨ ਬਹੁਤ ਵੱਡੇ ਨੇ। ਇਹ ਨਾ ਸੋਚਿਓ ਕਿ ਬੱਚਾ ਤੇ ਸਾਲ ਦਾ, ਇਹਨੂੰ ਕੀ ਪਤਾ ਸੀ ਲੜ ਲੈਂਦੇ ਆ, ਪਤੀ ਪਤਨੀ ਲੜਦੇ ਹੁੰਦੇ ਨੇ, ਗਾਲਾਂ ਕੱਢਦੇ ਹੁੰਦੇ ਨੇ, ਬੱਚਿਆਂ ਨੂੰ ਕੀ ਪਤਾ ਹੈ। ਯਾਦ ਰੱਖਿਓ ਜਦੋਂ ਤੁਸੀਂ ਲੜਦੇ ਹੋ ਉਦੋਂ ਵੀ ਬੱਚਾ ਤੁਹਾਡੀਆਂ ਗਾਲਾਂ ਇਕੱਠੀਆਂ ਕਰ ਰਿਹਾ ਹੈ, ਤੁਹਾਡੀ ਲੜਾਈ ਦੇ ਗੁਣ ਸਿੱਖ ਰਿਹਾ ਹੋ। ਬੱਚਾ ਛੋਟਾ ਹੈ, ਉਹਦੇ ਕੰਨ ਬਹੁਤ ਵੱਡੇ ਨੇ। ਇਹ ਨਾ ਸੋਚਿਓ ਕਿ ਅਸੀਂ ਪਤੀ ਪਤਨੀ ਲੜ ਰਹੇ ਹਾਂ, ਬੱਚੇ ਨੂੰ ਕੀ ਪਤਾ ਜੇ 1 ਸਾਲ ਦਾ ਹੈ, ਘੁੜੇ 'ਚ ਪਿਆ। ਨਹੀਂ, ਉਹਨੇ 1 ਸਾਲ ਦਾ ਨਾ ਸਮਝੋ, ਉਹਦੇ ਕੰਨ ਇੰਨੇ ਵੱਡੇ ਨੇ, ਤੁਹਾਡੀਆਂ ਗਾਲਾਂ ਰਿਕਾਰਡ ਕਰ ਰਿਹਾ, ਉਹਦਾ ਦਿਮਾਗ ਇਕੱਠਾ ਕਰ ਰਿਹਾ। ਉਹਦੀਆਂ ਅੱਖਾਂ ਬਹੁਤ ਵੱਡੀਆਂ ਨੇ, ਤੁਸੀਂ ਲੜ ਰਹੇ ਹੋ, ਤੁਹਾਨੂੰ ਦੇਖ ਰਿਹਾ, ਦੇਖ ਕੇ ਅੰਦਰ ਇਕੱਠੀਆਂ ਕਰ ਰਿਹਾ।
इस करके बच्चा छोटा हुंदा है पर उहदियां अखां ते उहदे कंन वड्डे हुंदे ने। उहनूं इग्नोर ना करियो इस गल नूं। जो कुछ तुसीं करदे हो घर विच बच्चा नूं इकट्ठा कर लिया है। बच्चे दी जिंदगी दा पहला मॉडल उहदी मां है, दूजा मॉडल उहदा पिता है। हर धी चाहती है मैं मां वर्गी होवां। वो मां दी चुन्नी पा के तुरेगी, मां वांगू कपड़े पाएगी, मां वांगू चलेगी, मां वांगू मेकअप करेगी, क्योंकि मां बनना चाहती है, मैं मां वर्गी होवां। ओहदा मॉडल मां है। छोटा बच्चा ओहदा मॉडल है पिता। वो बच्चा की करदा है, पिता वांगू सिर ते पग भी रखदा है। पिता शराब पींदे वो भी शराब पीन दी नकल करदा है। जो कुछ पिता करदा है ओहदी नकल करदा है, क्योंकि ओहदा मॉडल पिता है। ते जिहो जिहा तुसीं बच्चा बनाना चाहते हो उहो जिहा तुहानूं आप बनना पएगा। उदां दे तुसीं बनोगे तां ही तुहाडा बच्चा उदां दा होएगा। एक चंगी मां 100 अध्यापकों के बराबर होंदी है। जॉर्ज हर्ब दा कथन है 100 अध्यापकों जिन्ना। क्योंकि किवें उठना है वो मां ने सिखाना है, किवें सोना है मां ने सिखाना है, किवें रोटी खानी है, किवें कपड़े पाने ने, किवें नहाना धोना है, किवें बागबानी करनी है, छोटी छोटी गल मां ने सिखानी है। 100 सब्जैक्ट मां ने घर च सिखा लेने हैं। ते जे मां चंगी होएगी तो समझ लो 100 सब्जेक्ट सिखाने वाली वो मां चंगी अध्यापक है, 100 टीचर्स दे वो बराबर है। बच्चे नूं नुक्ताचीनी नालों चंगे जीवन नमूने की ज्यादा लोड़ है। नुक्ताचीनी करने की बजाय इदा ना कर, इदा कर, इदा ना कर, इदा कर करने की बजाय तुसीं आप उदा करो जिद्दां तुसीं चाहते हो साडा बच्चा करे। उन्होंने एक नमूना चाहिए है, उन्होंने प्रैक्टिकल थोड़ी लाइफ चाहिए है। इस करके बच्चे के जन्म तो 1 साल पहला उहदे जीवन की तैयारी शुरू कर दिओ। वो किवें? बच्चे के जन्म तो 1 साल पहला तुसीं आप उदां दे हो जाओ जिहो जिहा तुसीं बच्चा चाहते हो। हुण जिहड़ी पहली लाइन है ना कि बच्चे जिंदगी के पहले 7 सालों में 80% सीख जाता है, बाकी 20% 7 साल की उम्र तो बाद स्कूल में सीखता है, फ्रेंडशिप सर्कल तो सीखता है, आंढ गुआंढ के टीचर तो सीखता है। पहले 7 साल वो माँ प्यो तो सीखता है। वो 8 किहड़ियां गल्लां ने जिहड़ियां बच्चा 7 साल सीख जाता है। पहली गल, बच्चे की जिंदगी घड़न लई जरूरी 8 पक्ष। पहला पक्ष है लहजा, टोन। साडा पंजाबियों का लहजा जिहड़ा बहुत खुला डुला है। असीं जदों बोलते हैं चीख के बोलते हैं, उच्ची आवाज विच बोलते हैं। जिस घर विच माता पिता चीख के बोलणगे, उच्ची आवाज विच बोलणगे, उस घर विच बच्चे भी चीख के बोलना सीख जाणगे। पहले 7 सालों में बच्चा टोन सीख लैंदा है। जिस घर विच माता पिता दरमियानी आवाज विच बोलणगे, बच्चे दरमियानी आवाज सीख जाणगे। जिस घर विच माता पिता हौली आवाज विच बोलणगे, उस घर विच माता बच्चे भी हौली आवाज विच बोलना सीख जाणगे। साडे बच्चे चीखना क्यों सीखते हैं? क्योंकि असी बहुत चीख के बोलते हैं। जे माता पिता का लहजा टोन उच्ची है, सुभावक बच्चे भी उस तरह बोलणगे। कैनेडा का मैनूं नहीं पता, पर इंग्लैंड का मैनूं पता है। इंग्लैंड दे विच एक कमरे दे विच 50 गोरे बैठे होण, बाहर खड़ा आदमी जजमेंट नहीं कर सकता अंदर किन्ने गोरे बैठे ने। जो 2 गोरे आपस में गल करते हैं, इन्नी क आवाज विच करते हैं कि दूसरे तक गल पहुंच जाए, जिहदे नाल मैं गल कर रहा हाँ, तीजे तक ना जाए। क्योंकि जो तीजे तक मेरी गल पहुंच रही है, इसका मतलब मैंने बोलना आया नहीं है। जी मेरा बोलना वेस्ट हो रहा है, मेरे बोल जाया जा रहे हैं, मेरी आवाज व्यर्थ वेस्ट जा रही है, क्योंकि तीजे तक जा रही है ना। जिस आदमी नाल मैं गल कर रहा हाँ, सिर्फ उहदे तक आवाज पहुंची, तीसरे तक नहीं। इस करके उस कमरे 50 गोरे बैठे होण, बाहर सोच नहीं सी सकते अंदर किन्ने बैठे ने। ते साडे पंजाबी एक कमरे 4 बैठे होण, पूरा महल्ला सुनदा कि इकट्ठे होए ने। हुण पूरे मुहल्ले नूं पता लग जांदा कि 4 पंजाबी इकट्ठे होए ने। गुरुद्वारे दे विच 20 बंदे बैठे हुंदे ने ते सैकटरी नूं 20 बार कहना पैंदा, साध संगत जी चुप दा दान बख्शो। क्यों? सानूं बोलना नहीं आया। सानूं बोलना नहीं आया, असीं बच्चों नूं किवें बोलना सिखावांगे?
साडी टोन, साडा लहजा बहुत उच्चा है। मैं हैरान हाँ, ਅਸੀਂ ਸਮਾਂ ਦੇਖ ਕੇ ਬਦਲ ਵੀ ਜਾਂਦੇ ਹਾਂ। ਰਾਧਾ ਸੁਆਮੀਆਂ ਦੇ ਵਿੱਚ ਉਹਨਾਂ ਦੇ ਸਤਸੰਗ ਦੇ ਵਿੱਚ 20,000 ਬੰਦੇ ਬੈਠੇ ਮੈਂ ਦੇਖੇ ਨੇ, 10,000 ਬੰਦੇ ਬੈਠੇ ਨੇ, 20,000 ਬੰਦੇ ਬੈਠੇ ਨੇ, ਤੇ ਕੀ ਹੋ ਰਿਹਾ, ਇੱਕ ਟੇਪ ਰਿਕਾਰਡ ਲੱਗੀ ਹੈ ਤੇ 20,000 ਬੰਦਾ ਸਿਰ ਸੁੱਟ ਕੇ ਬੈਠਾ ਸੁਣ ਰਿਹਾ ਹੁੰਦਾ ਹੈ। ਪਿੰਡ ਡ੍ਰੌਪ ਸਾਇਲੈਂਟ, ਪਿੰਡ ਵੀ ਜ਼ਮੀਨ ਤੇ ਡਿੱਗੀ, ਉਹਦੀ ਵੀ ਆਵਾਜ਼ ਆਏਗੀ ਵੀ ਕੁਛ ਡਿੱਗੀ ਹੈ। ਇੰਨੇ ਸਾਇਲੈਂਟ। ਸਾਡੇ ਗੁਰਦੁਆਰੇ 'ਚ 20 ਬੰਦੇ ਬੈਠੇ ਤੇ 20 ਵਾਰ ਕਹਿਣਾ ਪੈਂਦਾ ਚੁੱਪ ਦਾ ਦਾਨ। ਮੈਂ ਬਰਮਿੰਗਮ ਸੀ ਇੰਗਲੈਂਡ ਦੇ ਵਿੱਚ, ਤੇ ਵਿਆਹ ਸੀ ਕਿਸੇ ਪੰਜਾਬੀ ਫੈਮਿਲੀ ਦੇ ਵਿੱਚ ਲੜਕੀ ਦਾ, ਗੋਰੇ ਦੇ ਨਾਲ ਸੀ ਵਿਆਹ ਦਾ। ਤੇ ਉਸ ਗੁਰਦੁਆਰੇ ਦੇ ਵਿੱਚ 250 ਪਰਿਵਾਰ ਲੜਕੀ ਵਾਲਿਆਂ ਦੇ ਸੀ, 250 ਗੋਰਿਆਂ ਦੇ ਸੀ ਲੜਕੇ ਵਾਲਿਆਂ ਦੇ, ਤੇ ਮੈਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਮੈਂ ਵੀ ਉੱਥੇ ਗਿਆ। ਗੁਰਦੁਆਰੇ 'ਚ ਗੋਰਿਆਂ ਦੇ 250 ਪਰਿਵਾਰ ਮੈਂਬਰ ਪਹੁੰਚੇ, ਪਰ ਸਾਡੇ ਪੰਜਾਬੀਆਂ ਵੱਲੋਂ 100 ਹੀ ਬੰਦੇ ਗਏ। ਤੇ ਜੋ ਉਹਨਾਂ ਨੇ ਸ਼ੋਰ ਮਚਾਇਆ ਉੱਥੇ, ਬਾਰ-ਬਾਰ ਸੈਕਟਰੀ ਸਾਹਿਬ ਨੂੰ ਕਹਿਣਾ ਪਿਆ ਵੀ ਚੁੱਪ ਦਾ ਦਾਨ, ਬੀਬੀਆਂ ਚੁੱਪ ਕਰੋ, ਭਾਈ ਚੁੱਪ ਕਰੋ, ਚੁੱਪ ਕਰੋ। ਉੱਚੀ ਵਿਆਹ ਆਨੰਦ ਕਾਰਜ ਚੱਲ ਰਿਹਾ, ਉੱਚੀ ਗੱਲਾਂ ਕਰ ਰਹੇ ਨੇ। ਗੋਰੇ ਦੇਖ ਕੇ ਹੈਰਾਨ ਹੋ ਰਹੇ ਸੀ, ਇਹਨਾਂ ਨੂੰ ਕੀ ਹੋ ਗਿਆ ਇਹਨਾਂ ਦੀ ਇਹ ਧਾਰਮਿਕ ਸਥਾਨ ਹੈ ਜਿੱਥੇ ਸ਼ਾਂਤੀ ਰਹਿਣ ਆਉਂਦੇ ਨੇ? ਸ਼ਾਂਤੀ ਤੇ ਹੈ ਹੀ ਨਹੀਂ ਉੱਥੇ। ਉਸ ਤੋਂ ਬਾਅਦ ਆਨੰਦ ਕਾਰਜ ਸੰਪੂਰਨ ਹੋਣ ਤੋਂ ਬਾਅਦ ਸੈਰੇਮਨੀ ਹੋਣੀ ਸੀ ਚਰਚ ਦੇ ਵਿੱਚ। ਚਰਚ ਵਿੱਚ 250 ਮੈਂਬਰ ਉਹਨਾਂ ਦੇ ਗੋਰੇ ਦੇ ਪਹੁੰਚੇ, ਮੈਂ ਵੀ ਗਿਆ। ਪੰਜਾਬੀਆਂ ਦੇ ਫਿਰ 250 ਪੂਰੇ ਉੱਥੇ ਪਹੁੰਚੇ, ਉੱਥੇ ਪੂਰੇ ਗਏ। 500 ਬੰਦੇ ਉੱਥੇ ਇਕੱਠੇ ਹੋਏ। ਇੰਨੀ ਸ਼ਾਂਤੀ, ਪਿੰਡ ਡ੍ਰੌਪ ਸਾਇਲੈਂਟ। ਪਾਦਰੀ ਨੇ ਮੰਤਰ ਪੜਿਆ, ਪਵਿੱਤਰ ਜਲ ਛਿੜਕਿਆ, ਰਿੰਗ ਸੈਰੇਮਨੀ ਕੀਤੀ, ਬੜੀ ਸ਼ਾਂਤੀ ਦੇ ਨਾਲ। ਮੈਂ ਹੈਰਾਨ ਹੋਇਆ ਕਿ ਉਹੀ ਬੰਦੇ ਨੇ ਜਿਹੜੇ ਗੁਰਦੁਆਰੇ 'ਚ ਰੌਲਾ ਪਾ ਰਹੇ ਸੀ, ਚਰਚ 'ਚ ਬੜੀ ਸ਼ਾਂਤੀ ਨਾਲ ਖੜੇ ਨੇ। ਤੁਸੀਂ ਵੀਜ਼ਾ ਲੈਣ ਜਾਣੀ ਹੋ, ਮਜ਼ਾਕ ਹੈ, ਚੂੰ ਵੀ ਜ਼ਬਾਨ ਤੋਂ ਕਰੋ। ਇੱਥੇ ਡਾਕਟਰ ਕੋਲ ਜਾਣਾ, ਤੁਸੀਂ ਤਾਂ ਵੀ ਆਵਾਜ਼ ਨਹੀਂ ਕੱਢਦੇ, ਪਰ ਜਦੋਂ ਗੁਰਦੁਆਰੇ ਆਉਣਾ ਉਦੋਂ ਸਾਡੀ ਕੀ ਹਾਲਤ ਹੈ? ਜਦੋਂ ਅਸੀਂ ਘਰ ਵਿੱਚ ਹੁੰਦੇ ਹਾਂ ਉਦੋਂ ਸਾਡੀ ਕੀ ਹਾਲਤ ਹੈ? ਇਸ ਕਰਕੇ ਬੱਚਾ ਤੁਹਾਡੇ ਤੋਂ ਸਿੱਖ ਰਿਹਾ ਹੈ। ਤੁਸੀਂ ਜਿਸ ਤਰ੍ਹਾਂ ਦੀ ਆਵਾਜ਼ ਕੱਢੋਗੇ, ਬੱਚਾ ਉਸ ਤਰ੍ਹਾਂ ਦੀ ਆਵਾਜ਼ ਬੋਲ ਰਿਹਾ ਹੈ। ਇਸ ਕਰਕੇ ਬੱਚੇ ਦਾ ਬੋਲਣ ਦਾ ਲਹਿਜ਼ਾ ਕਿੱਦਾਂ ਦਾ ਹੋਵੇ? ਜਿੱਦਾਂ ਦਾ ਤੁਹਾਡਾ, ਦੇਖੋ, ਬੋਲਣ ਦਾ ਲਹਿਜ਼ਾ ਦਰਮਿਆਨਾ ਹੋਵੇ। ਉਨੇ ਕੁ ਬੋਲੋ ਜਿੰਨਾ ਕੋ ਦੂਸਰੇ ਤੱਕ ਪਹੁੰਚ ਜਾਏ, ਤੀਸਰੇ ਤੱਕ ਨਾ ਜਾਏ। ਫਿਰ ਤੁਹਾਨੂੰ ਬੋਲਣਾ ਆ ਗਿਆ। ਜੇ ਤੀਜੇ ਤੱਕ ਨਹੀਂ ਆਵਾਜ਼ ਪਹੁੰਚ ਰਹੀ, ਜੇ ਤੀਜੇ ਤੱਕ ਜਾ ਰਹੀ ਹੈ, ਫਿਰ ਬੋਲਣਾ ਨਹੀਂ ਆਇਆ। ਨਾ ਜ਼ਿਆਦਾ ਉੱਚੀ ਆਵਾਜ਼ ਵਿੱਚ ਬੋਲਿਆ ਜਾਏ, ਨਾ ਹੀ ਬਹੁਤ ਘੱਟ ਆਵਾਜ਼ ਵਿੱਚ ਬੋਲਿਆ ਜਾਏ। ਇੰਨੀ ਆਵਾਜ਼ ਹੋਵੇ ਕਿ ਦੂਜੇ ਤੱਕ ਆਸਾਨੀ ਨਾਲ ਪਹੁੰਚ ਜਾਏ, ਪਰ ਤੀਜੇ ਤੱਕ ਨਹੀਂ। ਪਹਿਲੇ 7 ਸਾਲ ਦੀ ਉਮਰ ਵਿੱਚ ਬੱਚਾ ਪਹਿਲੀ ਚੀਜ਼ ਕੀ ਸਿੱਖਦਾ ਹੈ? ਲਹਿਜ਼ਾ, ਟੋਨ। ਅਸੀਂ ਜਿੰਨੀ ਉੱਚੀ ਆਵਾਜ਼ ਵਿੱਚ ਬੋਲਾਂਗੇ, ਬੱਚਾ ਸਿੱਖ ਜਾਏਗਾ ਔਰ ਸਾਰੀ ਜ਼ਿੰਦਗੀ ਵੀ ਉਹਦੇ ਨਾਲ ਰਹੇਗਾ। ਉਸ ਤੋਂ ਅੱਗੇ ਬੱਚੇ ਦੀ ਦੂਸਰੀ ਚੀਜ਼ ਹੈ ਵੋਕੈਬਲਰੀ, ਸ਼ਬਦਾਵਲੀ। ਸ਼ਬਦਾਵਲੀ ਕਿਦਾਂ ਦੀ ਹੋਵੇ ਬੱਚੇ ਦੀ? ਅਸੀਂ ਬੱਚੇ ਨੂੰ ਗਾਲਾਂ ਕੱਢਣੀਆਂ ਸਿਖਾਉਂਦੇ ਹਾਂ। ਚਾਚਾ ਇਹਨੂੰ ਗਾਲ ਕੱਢ ਕੇ ਦਿਖਾ, ਤਾਇਆ ਇਹਨੂੰ ਇਹ ਕੱਢ ਕੇ ਦਿਖਾ। ਜਾਂ ਅਸੀਂ ਘਰ ਵਿੱਚ ਗਾਲਾਂ ਕੱਢ ਰਹੇ ਹਾਂ, ਬੱਚਾ ਸੁਣ ਰਿਹਾ ਹੈ। ਔਰ ਖਾਸ ਕਰ ਪੰਜਾਬੀਆਂ ਵਿੱਚ ਗਾਲ ਇੰਨੀ ਪ੍ਰਚਲਿਤ ਹੈ ਕਿ ਗਾਲ ਤੋਂ ਬਿਨਾਂ ਤੇ ਅਸੀਂ ਗੱਲ ਹੀ ਨਹੀਂ ਕਰਦੇ। ਔਰ ਗੱਲ-ਗੱਲ ਦੇ ਵਿੱਚ ਇੱਕ ਗਾਲ ਐਸੀ ਪ੍ਰਚਲਿਤ ਹੈ ਜਿਹੜੀ ਗੱਲ-ਗੱਲ ਦੇ ਵਿੱਚ ਆਪਣੇ ਆਪ ਨੂੰ ਵੀ ਕਹੀ ਜਾਣਾ, ਦੂਜੇ ਨੂੰ ਵੀ ਕਹੀ ਜਾਣਾ, ਜਿਹਦੀ ਗੱਲ ਨੂੰ ਵੀ ਕਹੀ ਜਾਣਾ। ਇੰਨੀ ਪ੍ਰਚਲਿਤ ਹੈ ਗਾਲ। ਔਰ ਬੱਚੇ ਸਿੱਖ ਰਹੇ ਨੇ ਗਾਲਾਂ। ਕਿਉਂ? ਕਿਉਂਕਿ ਅਸੀਂ ਗਾਲਾਂ ਬੋਲ ਰਹੇ ਹਾਂ। ਔਰ ਯਾਦ ਰੱਖਿਓ, ਬੋਲਣਾ ਕਿਵੇਂ ਹੈ ਤੇ ਕੀ ਬੋਲਣਾ ਹੈ, ਇਹ ਸ਼ੁਰੂਆਤ ਮਾਂ ਤੋਂ ਹੁੰਦੀ ਹੈ। ਮਾਂ ਸਿਖਾਉਂਦੀ ਹੈ। ਦੂਸਰੇ ਨੰਬਰ ਤੇ ਪਿਤਾ ਸਿਖਾਉਂਦਾ ਹੈ। ਪ੍ਰਿੰਸੀਪਲ ਨਰਿੰਦਰ ਸਿੰਘ ਕਪੂਰ ਦਾ ਕਹਿਣਾ ਹੈ ਕਿ ਦੁਨੀਆ ਤੇ ਪਹਿਲਾ ਸੱਭਿਅਕ ਆਦਮੀ ਉਹ ਹੈ, ਪਹਿਲਾ ਸੱਭਿਅਕ ਆਦਮੀ, ਸਿਵਲਾਈਜ਼ਡ ਪਰਸਨ ਉਹ ਸੀ ਜਿਹਨੇ ਇਸ ਧਰਤੀ ਤੇ ਸਭ ਤੋਂ ਪਹਿਲੀ ਗੱਲ ਕੱਢੀ। ਕਿਉਂ?